ਹੈਲੋ ਗਾਇਜ਼, ਦਿਸ ਇਜ਼ ਗੁਰਜਿੰਦਰ। ਸੋ ਅੱਜ ਆਪਾਂ ਗੱਲ ਕਰਾਂਗੇ ਹੈਲਪਿੰਗ ਵਰਬਸ ਬਾਰੇ। ਅੱਜ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਹੈਲਪਿੰਗ ਵਰਬਸ ਕੀ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਪੰਜਾਬੀ ਵਿੱਚ ਕਿਵੇਂ ਟਰਾਂਸਲੇਟ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ ਹੈ। ਚਲੋ ਫਿਰ ਸਟਾਰਟ ਕਰਦੇ ਹਾਂ। ਹੈਲਪਿੰਗ ਵਰਬਸ ਸਮਝਣ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਦੋ ਤਰ੍ਹਾਂ ਦੇ ਸੈਂਟੈਂਸਿਸ ਹੁੰਦੇ ਆ। ਪਹਿਲੇ ਹੁੰਦੇ ਆ ਸਿੰਪਲ ਸੈਂਟੈਂਸਿਸ, ਦੂਜੇ ਹੁੰਦੇ ਆ ਟੈਂਸਿਸ ਵਾਲੇ। ਅੱਜ ਦਾ ਜਿਹੜਾ ਆਪਣਾ ਲੈਕਚਰ ਆ ਉਹ ਟੈਂਸਿਸ 'ਤੇ ਨਹੀਂ ਹੈਗਾ। ਟੈਂਸਿਸ 'ਤੇ ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ। ਅੱਜ ਆਪਾਂ ਡਿਸਕਸ ਕਰ ਰਹੇ ਹਾਂ ਸਿੰਪਲ ਸੈਂਟੈਂਸਿਸ। ਸਿੰਪਲ ਸੈਂਟੈਂਸਿਸ ਟੈਂਸਿਸ ਵਾਲੇ ਨਾਲੋਂ ਵੱਖਰੇ ਕਿਵੇਂ ਹੁੰਦੇ ਆ? ਇੱਕ ਤਾਂ ਸਿੰਪਲ ਦੇ ਵਿੱਚ ਐਕਸ਼ਨ ਨਹੀਂ ਹੁੰਦਾ ਕੋਈ ਵੀ, ਮਤਲਬ ਇਹਦੇ ਵਿੱਚ ਕੋਈ ਵੀ ਵਰਬ ਨਹੀਂ ਯੂਜ਼ ਹੁੰਦੀ। ਸੋ ਇਹਦੇ ਵਿੱਚ ਵਰਬ ਦਾ ਕੰਮ ਹੈਲਪਿੰਗ ਵਰਬ ਦੇ ਨਾਲ ਹੀ ਕੀਤਾ ਜਾਂਦਾ। ਸੋ ਜਿਵੇਂ ਤੁਸੀਂ ਤੁਹਾਡੇ ਸਾਹਮਣੇ ਸੈਂਟੈਂਸ ਹੋਊਗਾ ਇੱਕ ਛੋਟਾ ਜਿਹਾ ਸਿੰਪਲ ਵਾਲੀ ਸਾਈਡ 'ਤੇ, ਇੰਗਲਿਸ਼ ਇਜ਼ ਡਿਫੀਕਲਟ। ਸੋ ਇਹਦੇ ਵਿੱਚ ਕੋਈ ਐਕਸ਼ਨ ਨਹੀਂ ਹੋ ਰਿਹਾ, ਸਿਰਫ ਐਂ ਦੱਸਿਆ ਜਾ ਰਿਹਾ ਵੀ ਇੰਗਲਿਸ਼ ਮੁਸ਼ਕਿਲ ਹੈ। ਸੋ ਇਸ ਇੰਗਲਿਸ਼ ਮੁਸ਼ਕਿਲ ਬਣ ਗਈ ਹੈ, ਇੰਗਲਿਸ਼ ਮੁਸ਼ਕਿਲ ਲੱਗਦੀ ਹੈ, ਇੰਗਲਿਸ਼ ਮੁਸ਼ਕਿਲ ਹੋ ਰਹੀ ਹੈ। ਇਹ ਐਕਸ਼ਨਸ ਨੇ। ਇਹਦੇ ਲਈ ਆਪਾਂ ਨੂੰ ਵਰਬਸ ਯੂਜ਼ ਕਰਨੀਆਂ ਪੈਣਗੀਆਂ, ਬਟ ਇਹ ਟੈਂਸਿਸ ਲਈ ਯੂਜ਼ ਹੋਣਗੇ। ਪਰ ਇੰਗਲਿਸ਼ ਇਜ਼ ਡਿਫੀਕਲਟ, ਇੰਗਲਿਸ਼ ਮੁਸ਼ਕਿਲ ਹੈ। ਸੋ ਜਿਹੜੇ ਨੋਨ ਐਕਸ਼ਨ ਵਾਲੇ ਸੈਂਟੈਂਸ ਹੁੰਦੇ ਨੇ ਇਹਨਾਂ ਨੂੰ ਆਪਾਂ ਸਿੰਪਲ ਸੈਂਟੈਂਸ ਕਹਿ ਦਿੰਦੇ ਹਾਂ, ਜਿਹੜੇ ਸਿਰਫ ਹੈਲਪਿੰਗ ਵਰਬਸ ਨੂੰ ਯੂਜ਼ ਕਰਕੇ ਬਣਦੇ ਆ। ਸੈਕੰਡਲੀ ਸਿੰਪਲ ਸੈਂਟੈਂਸਿਸ 'ਚ ਕੀ ਹੁੰਦਾ, ਕੋਈ ਟਾਈਮ ਦਾ ਇੰਡੀਕੇਸ਼ਨ ਨਹੀਂ ਹੁੰਦਾ। ਸੋ ਬੇਸਿਕਲੀ ਜਿਵੇਂ ਟੈਂਸਿਸ ਆਪਾਂ ਨੂੰ ਪਤਾ ਵੀ ਪਾਸਟ, ਪ੍ਰੈਜੈਂਟ, ਫਿਊਚਰ ਇਹਨਾਂ 'ਤੇ ਬੇਸਡ ਹੁੰਦੇ ਨੇ। ਪਾਸਟ ਮਤਲਬ ਪਿਛਲਾ ਸਮਾਂ ਜਿਹੜਾ ਲੰਘ ਗਿਆ ਸਮਾਂ, ਪ੍ਰੈਜੈਂਟ ਜਿਹੜਾ ਚੱਲ ਰਿਹਾ, ਅਤੇ ਫਿਊਚਰ ਆਉਣ ਵਾਲਾ ਸਮਾਂ। ਸੋ ਟੈਂਸਿਸ ਦਾ ਜਿਹੜਾ ਕੰਸੈਪਟ ਆ ਉਹ ਟਾਈਮ ਦੇ ਉੱਤੇ ਬੇਸਡ ਹੈਗਾ, ਜਦੋਂ ਕਿ ਸਿੰਪਲ ਸੈਂਟੈਂਸ ਦੇ ਵਿੱਚ ਟਾਈਮ ਦਾ ਕੋਈ ਲੌਜਿਕ ਨਹੀਂ ਹੈਗਾ। ਥਰਡ ਮੇਨ ਫੀਚਰ ਸਿੰਪਲ ਸੈਂਟੈਂਸਿਸ ਦਾ, ਇਹਦੇ ਵਿੱਚ ਜਿਹੜੇ ਵੀ ਵਰਡਸ ਯੂਜ਼ ਹੁੰਦੇ ਨੇ ਉਹ ਸਬਜੈਕਟ ਨੂੰ ਡਿਸਕ੍ਰਾਈਬ ਕਰ ਰਹੇ ਹੁੰਦੇ ਨੇ। ਸੋ ਫੋਰ ਐਗਜ਼ਾਮਪਲ ਇੰਗਲਿਸ਼ ਇਜ਼ ਡਿਫੀਕਲਟ, ਇੰਗਲਿਸ਼ ਇੱਥੇ ਸਬਜੈਕਟ ਹੈਗਾ ਜਿਵੇਂ ਆਪਾਂ ਲਿਖਿਆ ਦੇਖ ਰਹੇ ਹਾਂ, ਅਤੇ ਐਂਡ ਦੈਨ ਇੰਗਲਿਸ਼ ਮੁਸ਼ਕਿਲ ਹੈ। ਸੋ ਕੀ ਮੁਸ਼ਕਿਲ ਹੈ ਜੇ ਮੈਂ ਤੁਹਾਨੂੰ ਪੁੱਛੂੰਗਾ ਤਾਂ ਕਿਹਨੂੰ ਡਿਸਕ੍ਰਾਈਬ ਕਰ ਰਿਹਾ? ਡਿਫੀਕਲਟ ਵਰਡ, ਸਬਜੈਕਟ ਨੂੰ। ਸੋ ਦੈਟ ਇਜ਼ ਵਾਈ ਆਪਾਂ ਨੂੰ ਇੱਥੋਂ ਪਤਾ ਲੱਗ ਜੂਗਾ ਵੀ ਇਹ ਕਿਹੜਾ ਵਰਡ, ਕਿਹੜਾ ਸੈਂਟੈਂਸ ਹੈ, ਇਹ ਸਿੰਪਲ ਸੈਂਟੈਂਸ। ਔਨ ਦਾ ਅਦਰ ਹੈਂਡ ਜੇ ਆਪਾਂ ਟੈਂਸਿਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਐਕਸ਼ਨ ਹੁੰਦਾ ਕੋਈ ਨਾ ਕੋਈ। ਸੋ ਉਹਦੇ ਲਈ ਜਿਵੇਂ ਆਪਣੇ ਕੋਲ ਇੱਕ ਸੈਂਟੈਂਸ, ਆਈ ਐਮ ਮੇਕਿੰਗ ਇਟ ਈਜ਼ੀ ਫॉर ਯੂ, ਮੈਂ ਤੁਹਾਡੇ ਲਈ ਇਸ ਨੂੰ ਆਸਾਨ ਬਣਾ ਰਿਹਾ ਹਾਂ। ਸੋ ਬਣਾਉਣਾ ਇੱਥੇ ਕੀ ਹੋ ਗਿਆ? ਐਕਸ਼ਨ। ਸੋ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਤੁਹਾਨੂੰ ਈਜ਼ੀਲੀ ਸਮਝਾ ਸਕਾਂ ਹੈਲਪਿੰਗ ਵਰਬਸ। ਸੋ ਇਸੇ ਕਰਕੇ ਇੱਥੇ ਇਹ ਐਕਸ਼ਨ ਹੈਗਾ ਮੇਰਾ। ਦੈਨ ਇਹਦੇ ਵਿੱਚ ਟਾਈਮ ਦਾ ਇੰਡੀਕੇਸ਼ਨ ਵੀ ਹੈ, ਬਣਾ ਰਿਹਾ ਹਾਂ। ਸੋ ਮਤਲਬ ਇਹ ਪ੍ਰੈਜੈਂਟ ਇੰਡੀਕੇਟ ਕਰ ਰਿਹਾ ਵੀ ਰਾਈਟ ਨਾਓ। ਦੈਨ ਡਿਸਕ੍ਰਾਈਬਸ ਦਾ ਐਕਸ਼ਨ ਆਫ ਦਾ ਸਬਜੈਕਟ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ। ਸਿੰਪਲ ਦੇ ਵਿੱਚ ਸਿਰਫ ਸਬਜੈਕਟ ਨੂੰ ਡਿਸਕ੍ਰਾਈਬ ਕੀਤਾ ਜਾਂਦਾ, ਜਦ ਕਿ ਟੈਂਸਿਸ ਵਾਲਿਆਂ ਦੇ ਵਿੱਚ ਐਕਸ਼ਨ ਨੂੰ ਡਿਸਕ੍ਰਾਈਬ ਕੀਤਾ ਜਾਂਦਾ। ਮੇਕਿੰਗ ਇਟ ਈਜ਼ੀ ਫॉर ਯੂ। ਫਾਈਨ, ਸੋ ਲੈਟਸ ਮੂਵ ਔਨ। ਕੁਝ ਕਾਮਨ ਹੈਲਪਿੰਗ ਵਰਬਸ ਬੇਸ ਫਾਰਮ ਬੀ ਤੋਂ ਬਣਦੀਆਂ ਨੇ। ਬੀ ਦਾ ਅਰਥ ਹੁੰਦਾ ਹੈ ਹੋਣਾ, ਅਤੇ ਦੈਨ ਉਹਦੇ ਤੋਂ ਜਿਹੜੀਆਂ ਕੁਝ ਫਾਰਮਸ ਬਣਦੀਆਂ ਨੇ, ਜਿਵੇਂ ਪ੍ਰੈਜੈਂਟ 'ਚ ਆਪਾਂ ਯੂਜ਼ ਕਰਦੇ ਹਾਂ ਇਜ਼, ਅਤੇ ਇਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਹੈ। ਫਿਰ ਆਪਾਂ ਪ੍ਰੈਜੈਂਟ ਦੇ ਵਿੱਚ ਐਮ ਯੂਜ਼ ਕਰਦੇ ਹਾਂ, ਇਹਨੂੰ ਆਪਾਂ ਕਹਿੰਦੇ ਹਾਂ ਹਾਂ। ਪ੍ਰੈਜੈਂਟ ਦੇ ਵਿੱਚ ਆਰ ਵੀ ਯੂਜ਼ ਕਰਦੇ ਹਾਂ, ਇਹਨੂੰ ਆਪਾਂ ਕਹਿੰਦੇ ਹਾਂ ਹਨ। ਦੈਨ ਪਾਸਟ ਦੇ ਲਈ ਆਪਾਂ ਵਾਜ਼ ਐਂਡ ਵਰ ਯੂਜ਼ ਕਰਦੇ ਹਾਂ। ਵਾਜ਼ ਆਪਾਂ ਕਿੱਥੇ ਯੂਜ਼ ਕਰਦੇ ਹਾਂ? ਜਿੱਥੇ ਸਿੰਗੂਲਰ ਦੀ ਗੱਲ ਹੋ ਰਹੀ ਹੋਵੇ, ਇੱਕ ਦੀ ਗੱਲ ਹੋ ਰਹੀ ਹੋਵੇ, ਅਤੇ ਜਿੱਥੇ ਬਹੁਵਚਨ ਦੀ ਗੱਲ ਹੋ ਰਹੀ ਹੋਵੇ ਉੱਥੇ ਆਪਾਂ ਵਰ ਯੂਜ਼ ਕਰਦੇ ਹਾਂ। ਦੈਨ ਬੇਸ ਫਾਰਮ ਹੈਵ ਐਂਡ ਡੂ, ਇਹਦੀਆਂ ਵੀ ਕੁਝ ਫਾਰਮਸ ਆਪਾਂ ਵਰਤਦੇ ਹਾਂ, ਜਿਵੇਂ ਹੈਜ਼, ਹੈਵ ਐਂਡ ਹੈਡ, ਇਹ ਹੈਵ ਦੀਆਂ ਫਾਰਮਸ ਨੇ। ਸੋ ਹੈਜ਼ ਐਂਡ ਹੈਵ ਇਹ ਪ੍ਰੈਜੈਂਟ ਦੀਆਂ ਫਾਰਮਸ ਨੇ, ਤਾਂ ਹੀ ਤੁਸੀਂ ਦੇਖੋਗੇ ਇਹਨਾਂ ਦੇ ਮੀਨਿੰਗ ਨੇ ਜਿਹੜੇ ਇੱਕੋ ਜਿਹੇ ਪ੍ਰੈਜੈਂਟ ਵਾਲੇ ਨੇ, ਹੈ ਅਤੇ ਹਨ ਵਾਲੇ। ਕੋਲ ਹੈ ਅਤੇ ਕਿਸੇ ਚੀਜ਼ ਦੇ ਫਾਇਦੇ ਨੁਕਸਾਨ ਹਨ। ਜਦੋਂ ਇਹੋ ਜਿਹੇ ਸੈਂਟੈਂਸ ਵੀ ਆਪਾਂ ਬੋਲਣੇ ਹੁੰਦੇ ਆ ਉੱਥੇ ਵੀ ਆਪਾਂ ਕੀ ਵਰਤਦੇ ਹਾਂ? ਹੈਜ਼ ਜਾਂ ਹੈਵ। ਸੋ ਫੋਰ ਐਗਜ਼ਾਮਪਲ ਜੇ ਮੈਂ ਤੁਹਾਨੂੰ ਕਹਿਣਾ ਹੋਵੇ ਇੰਟਰਨੈਟ ਹੈਜ਼ ਮੈਨੀ ਬੈਨੀਫਿਟਸ, ਤਾਂ ਇੰਟਰਨੈਟ ਹੈਜ਼ ਮੈਨੀ ਬੈਨੀਫਿਟਸ ਮਤਲਬ ਇੰਟਰਨੈਟ ਦੇ ਬਹੁਤ ਫਾਇਦੇ ਹਨ। ਐਂਡ ਦੈਨ ਹੈਡ ਇਹ ਪਾਸਟ ਲਈ ਜਾਂ ਤਾਂ ਕੋਲ ਸੀ ਅਤੇ ਜਾਂ ਦੇ ਸਨ। ਜੇ ਮੈਂ ਕਹਿ ਦੇਵਾਂ ਵੀ ਇੰਟਰਨੈਟ ਹੈਡ ਮੈਨੀ ਬੈਨੀਫਿਟਸ, ਤਾਂ ਹੋ ਸਕਦਾ ਵੀ ਹੁਣ ਸ਼ਾਇਦ ਉਹਦੇ ਫਿਰ ਬੈਨੀਫਿਟ ਨਹੀਂ ਹੈਗੇ, ਮੈਂ ਤਾਂ ਕਹਿ ਰਿਹਾ ਹੋਊਗਾ। ਓਕੇ, ਮੂਵਿੰਗ ਔਨ। ਫਿਰ ਆਪਾਂ ਡੂ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਡਜ਼, ਡੂ ਐਂਡ ਡਿਡ। ਹੁਣ ਡਜ਼ ਅਤੇ ਡੂ ਇਹ ਵੀ ਪ੍ਰੈਜੈਂਟ ਦੇ ਵਿੱਚ ਯੂਜ਼ ਹੁੰਦੇ ਨੇ, ਅਤੇ ਡਿਡ ਇਹ ਪਾਸਟ 'ਚ ਯੂਜ਼ ਹੁੰਦਾ। ਅਗੇਨ ਆਪਾਂ ਨੂੰ ਇਹਦੀ ਪੰਜਾਬੀ ਤੋਂ ਇੰਡੀਕੇਟ ਹੋ ਰਿਹਾ ਹੋ ਕਲੀਅਰਲੀ। ਡਜ਼ ਅਤੇ ਡੂ ਦੀ ਟਰਾਂਸਲੇਸ਼ਨ ਕੀ ਬਣਦੀ ਹੈ? ਕਰਦਾ ਹੈ। ਅਤੇ ਡਿਡ ਦੀ ਟਰਾਂਸਲੇਸ਼ਨ ਕੀ ਬਣਦੀ ਹੈ? ਕਰਦਾ ਸੀ।
ਹੋਪਫੁਲੀ ਤੁਹਾਨੂੰ ਥੋੜ੍ਹਾ ਥੋੜ੍ਹਾ ਸਮਝ ਆ ਰਿਹਾ ਹੋਊਗਾ, ਪਰ ਹੋਰ ਡੂੰਘਾਈ 'ਚ ਸਮਝਾਉਣ ਦੇ ਲਈ ਹੁਣ ਤੁਹਾਨੂੰ ਕੁਛ ਸੈਂਪਲ ਸੈਂਟੈਂਸਿਸ ਦਿਖਾਊਂਗਾ ਮੈਂ। ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਨੂੰ ਤੋੜਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਆਪਾਂ ਕਿਵੇਂ ਅਲੱਗ-ਅਲੱਗ ਕਰਕੇ ਸਮਝ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਬੀ ਨੂੰ ਆਪਾਂ ਪੰਜਾਬੀ 'ਚ ਕੀ ਕਹਿੰਦੇ ਹਾਂ? ਹੋਣਾ। ਸੋ ਜੇ ਮੈਂ ਤੁਹਾਨੂੰ ਸੈਂਟੈਂਸ ਕਹਾਂ ਅਸੀਂ ਜ਼ਿੰਮੇਵਾਰ ਹੋਣੇ ਚਾਹੀਦੇ ਹਾਂ, ਸੋ ਹੋਣੇ ਚਾਹੀਦੇ ਹਾਂ, ਇਹ ਤੋਂ ਮੈਨੂੰ ਪਤਾ ਲੱਗ ਰਿਹਾ ਵੀ ਹੋਣਾ ਦੇ ਲਈ ਮੈਨੂੰ ਇੱਥੇ ਬੀ ਲਾਉਣਾ ਪਊਗਾ। ਐਂਡ ਦੈਨ ਚਾਹੀਦੇ ਹਾਂ, ਇਹਦੇ ਲਈ ਆਪਾਂ ਸ਼ੁੱਡ ਲਾਉਣੇ ਆ ਜ਼ਿਆਦਾਤਰ। ਐਂਡ ਦੈਨ ਜ਼ਿੰਮੇਵਾਰ ਦੇ ਲਈ ਵਰਡ ਕੀ ਹੈ ਇੰਗਲਿਸ਼ ਦੇ ਵਿੱਚ? ਰਿਸਪੋਂਸੀਬਲ। ਅਸੀਂ ਦੇ ਲਈ ਵੀ। ਤੋ ਸੈਂਟੈਂਸ ਆਪਣੇ ਕੋਲ ਕੀ ਬਣ ਜੂਗਾ? ਵੀ ਸ਼ੁੱਡ ਬੀ ਰਿਸਪੋਂਸੀਬਲ। ਨੈਕਸਟ ਇਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਹੈ। ਹੀ ਇਜ਼ ਅ ਫੇਮਸ ਡਿਟੈਕਟਿਵ। ਹੁਣ ਹੀ ਆਪਾਂ ਪੰਜਾਬੀ 'ਚ ਇਹਨੂੰ ਕੀ ਕਹਿ ਸਕਦੇ ਹਾਂ? ਉਹ ਇੱਕ ਮਸ਼ਹੂਰ ਜਾਸੂਸ ਹੈ। ਹੀ ਇਜ਼ ਅ ਫੇਮਸ ਡਿਟੈਕਟਿਵ। ਸੋ ਇੱਥੇ ਫੇਮਸ ਨੂੰ ਆਪਾਂ ਕੀ ਕਹਿ ਲਿਆ? ਮਸ਼ਹੂਰ। ਡਿਟੈਕਟਿਵ ਕੀ ਹੁੰਦਾ ਗਾ? ਜਾਸੂਸ। ਐਂਡ ਦੈਨ ਇਜ਼ ਦੇ ਲਈ ਆਪਾਂ ਕੀ ਵਰਡ ਯੂਜ਼ ਕੀਤਾ? ਹੈ। ਤਾਂ ਇੱਕ ਪੂਰਾ ਪੰਜਾਬੀ ਦੇ ਵਿੱਚ ਜੇ ਕੰਪਲੀਟ ਜਿਹੜਾ ਸੈਂਸ ਦਾ ਸੈਂਟੈਂਸ ਬਣੂਗਾ ਉਹ ਕੀ ਬਣ ਜੂਗਾ? ਉਹ ਇੱਕ ਮਸ਼ਹੂਰ ਜਾਸੂਸ ਹੈ। ਤੀਸਰਾ ਆਈ ਐਮ ਵੈਰੀ ਬਿਜ਼ੀ ਟੂਡੇ। ਮੈਂ ਅੱਜ ਬਹੁਤ ਰੁੱਝਿਆ ਹੋਇਆ ਹਾਂ। ਸੋ ਬਿਜ਼ੀ ਦੇ ਲਈ ਆਪਾਂ ਰੁੱਝਿਆ ਹੋਇਆ ਲਾ ਲਿਆ। ਅੱਜ ਦੇ ਲਈ ਟੂਡੇ ਆਈ ਐਮ ਮੈਂ ਹਾਂ, ਵੈਰੀ ਬਹੁਤ। ਸੋ ਆਈ ਐਮ ਵੈਰੀ ਬਿਜ਼ੀ ਟੂਡੇ, ਮੈਂ ਅੱਜ ਬਹੁਤ ਰੁੱਝਿਆ ਹੋਇਆ ਹਾਂ। ਸੋ ਬੇਸਿਕਲੀ ਜੇ ਤੁਸੀਂ ਦੇਖੋਗੇ ਤਾਂ ਇਹ ਛੋਟੇ ਛੋਟੇ ਸੈਂਟੈਂਸ ਨੇ, ਪਰ ਇਹਨਾਂ ਤੋਂ ਤੁਹਾਨੂੰ ਉਹਦੀ ਬੇਸਿਕ ਔਰਗਨਾਈਜੇਸ਼ਨ ਸਮਝ ਆ ਰਹੀ ਹੋ ਇੰਗਲਿਸ਼ ਦੀ। ਸੋ ਵੀ, ਹੀ, ਆਏ ਜਿਹੜੇ ਹੁਣ ਤੱਕ ਲਾਏ ਨੇ ਇਹ ਸਬਜੈਕਟ ਨੇ। ਐਂਡ ਦੈਨ ਉਹ ਤੋਂ ਬਾਅਦ ਸ਼ੁੱਡ ਬੀ, ਇਜ਼, ਐਮ, ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਹੈਲਪਿੰਗ ਵਰਬਸ। ਇਹ ਆਪਣਾ ਸੈਂਟੈਂਸ ਕਨੈਕਟ ਕਰਨ 'ਚ ਹੈਲਪ ਕਰ ਰਿਹਾ। ਐਂਡ ਦੈਨ ਕਿਸੇ ਨਾ ਕਿਸੇ ਆਬਜੈਕਟ ਦੇ ਨਾਲ ਸੈਂਟੈਂਸ ਖਤਮ ਹੋ ਰਿਹਾ, ਪਰ ਐਕਸ਼ਨ ਇਹਨਾਂ ਸਾਰਿਆਂ ਦੇ ਵਿੱਚ ਹੈ ਨਹੀਂ ਗਾ। ਸੋ ਜੇ ਇਹਨਾਂ ਦੇ ਵਿੱਚ ਐਕਸ਼ਨ ਵਰਡਸ ਆ ਜਾਣਗੇ ਤਾਂ ਇਹ ਕੀ ਬਣ ਜਾਣਗੇ? ਟੈਂਸਿਸ ਵਾਲੇ। ਬਟ ਇਹ ਬਿਨਾਂ ਟੈਂਸਿਸ ਤੋਂ ਜਿਹੜੇ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਿੰਪਲ ਸੈਂਟੈਂਸਿਸ। ਓਕੇ। ਦੈਨ ਲਾਸਟ ਆਰ ਦੀ ਟਰਾਂਸਲੇਸ਼ਨ ਕੀ ਹੁੰਦੀ ਹੈ? ਹਨ। ਦੇ ਆਰ ਅ ਕਿਊਟ ਕਪਲ। ਉਹ ਇੱਕ ਪਿਆਰੀ ਜੋੜੀ ਹਨ। ਸੋ ਇੱਥੇ ਮਿਸਟੇਕ ਹੋਈ ਹੋਈ ਆ। ਉਹ ਇੱਕ ਪਿਆਰੀ ਜੋੜੀ ਹਨ। ਉਹ ਇੱਕ ਪਿਆਰਾ ਜੋੜੀ ਨਹੀਂ ਹਨ, ਉਹ ਇੱਕ ਪਿਆਰੀ ਜੋੜੀ ਹਨ। was, ਸੀ, I was happy yesterday। ਹੁਣ ਜਿਵੇਂ ਆਪਾਂ ਕਿਹਾ ਸੀ was and were ਆਪਾਂ ਕਿੱਥੇ ਯੂਜ਼ ਕਰਦੇ ਹਾਂ? ਪਾਸਟ। ਸੋ ਇੱਥੇ ਹੁਣ ਫੀਲਿੰਗ ਕਿਹੜੀ ਆਊਗੀ? ਪਾਸਟ ਵਾਲੀ। ਮੈਂ ਕੱਲ੍ਹ ਖੁਸ਼ ਸੀ, I was happy yesterday। they were tired। ਉਹ ਥੱਕੇ ਹੋਏ ਸਨ। ਦੋਨਾਂ ਸੈਂਟੈਂਸਿਸ ਤੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ? ਪ੍ਰੈਜ਼ੈਂਟ ਦੀ ਗੱਲ ਨਹੀਂ ਹੋ ਰਹੀ, ਇੱਥੇ ਕਾਹਦੀ ਗੱਲ ਹੋ ਰਹੀ ਹੈ? ਪਾਸਟ ਦੀ। ਅਤੇ ਇੱਕ ਹੋਰ ਕਲੈਰਿਟੀ ਆਪਾਂ ਨੂੰ ਇੱਥੋਂ ਕੀ ਆ ਰਹੀ ਹੈ? ਵਾਜ਼ ਆਪਾਂ ਇੱਕ ਦੇ ਲਈ ਯੂਜ਼ ਕੀਤਾ ਅਤੇ ਵਰ ਆਪਾਂ ਜ਼ਿਆਦਾ ਲਈ ਯੂਜ਼ ਕੀਤਾ। ਸੋ ਇਹ ਵੀ ਤੁਸੀਂ ਨੋਟਸ ਬਣਾ ਸਕਦੇ ਹੋ। ਦੈਨ ਹੈਜ਼ ਅਤੇ ਹੈਵ ਦਾ ਵੀ ਸੇਮ ਕੰਸੈਪਟ ਆ। ਹੈਜ਼ ਆਪਾਂ ਇੱਕ ਲਈ ਯੂਜ਼ ਕਰਦੇ ਹਾਂ, ਹੈਵ ਜ਼ਿਆਦਾ ਲਈ। ਬਟ ਇੱਥੇ ਕੀ ਆ? ਹੈਜ਼ ਐਂਡ ਹੈਵ ਦੋਨੋਂ ਪ੍ਰੈਜ਼ੈਂਟ ਲਈ ਯੂਜ਼ ਹੁੰਦੇ ਆ। ਸੋ ਇਹ ਤੁਹਾਨੂੰ ਨੀਚੇ ਵਾਲੇ ਸੈਂਟੈਂਸਿਸ ਤੋਂ ਵੀ ਸਮਝ ਆ ਜਾਊਗਾ। ਹੀ ਹੈਜ਼ ਅ ਸਮਾਰਟਫੋਨ। ਉਸ ਕੋਲ ਸਮਾਰਟਫੋਨ ਹੈ। ਸੋ ਉਹਦੇ ਕੋਲ ਅਜੇ ਵੀ ਹੈ ਸਮਾਰਟਫੋਨ, ਇਹਦਾ ਮਤਲਬ ਉਸ ਕੋਲ ਸਮਾਰਟਫੋਨ ਹੈ। ਸੋ ਇਹਦਾ ਮਤਲਬ ਪ੍ਰੈਜ਼ੈਂਟ ਦੀ ਗੱਲ ਆ। ਹੈਵ, ਮੋਬਾਈਲ ਫੋਨਸ ਹੈਵ ਮੈਨੀ ਬੈਨੀਫਿਟਸ। ਜਿਵੇਂ ਮੈਂ ਤੁਹਾਨੂੰ ਪਹਿਲਾਂ ਸੈਂਟੈਂਸ ਬਣਾ ਕੇ ਦਿਖਾਇਆ ਸੀ, ਇੰਟਰਨੈਟ ਹੈਜ਼ ਮੈਨੀ ਬੈਨੀਫਿਟਸ। ਹੁਣ ਆਪਾਂ ਇੱਥੇ ਕੀ ਲਿਖਿਆ? ਮੋਬਾਈਲ ਫੋਨਸ ਹੈਵ ਮੈਨੀ ਬੈਨੀਫਿਟਸ। ਸੋ ਇਹਦੇ ਵਿੱਚ ਗ੍ਰੀਨ ਅੱਖਰਾਂ 'ਚ ਤੁਸੀਂ ਦੇਖੋਗੇ ਮੈਂ ਹਾਈਲਾਈਟ ਕੀਤੇ ਹੋਈਆਂ ਨੇ ਕੁਛ ਚੀਜ਼ਾਂ। ਉਹ ਕੀ ਆ? ਲਿਟਰਲ ਟਰਾਂਸਲੇਸ਼ਨ ਆ। ਵਾਜ਼ ਦੀ ਸੀ, ਵਰ ਦੀ ਸਨ, ਹੈਜ਼ ਦੀ ਕੋਲ ਹੈ, ਹੈਵ ਦੀ ਦੇ ਹਨ। ਸੋ ਇੱਕ ਮੈਂ ਤੁਹਾਨੂੰ ਸੈਂਟੈਂਸ ਇਹਦੇ 'ਚ ਕੋਲ ਹੈ ਵਾਲਾ ਬਣਾ ਕੇ ਦਿਖਾਤਾ ਅਤੇ ਇੱਕ ਦੇ ਹਨ, ਕਿਉਂਕਿ ਹੈਜ਼ ਦੇ ਵੀ ਆਪਾਂ ਉਹੀ ਲਿਖਿਆ ਹੋਇਆ ਅਤੇ ਹੈਵ ਦਾ ਵੀ। ਸੋ ਇਹ ਤੁਸੀਂ ਇਹਨਾਂ ਦੇ ਨੋਟਸ ਬਣਾ ਸਕਦੇ ਹੋ ਵੀ ਕਿਵੇਂ ਹੈਗਾ। ਸੋ ਮੋਬਾਈਲ ਫੋਨਸ ਹੈਵ ਮੈਨੀ ਬੈਨੀਫਿਟਸ। ਮੋਬਾਈਲ ਫੋਨਾਂ ਦੇ ਬਹੁਤ ਫਾਇਦੇ ਹਨ। ਮੈਨੂੰ ਲੱਗਦਾ, ਉਮੀਦ ਹੈ ਮੈਨੂੰ ਵੀ ਇੱਥੇ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ ਥੋੜ੍ਹਾ ਥੋੜ੍ਹਾ ਸਮਝ ਆਉਣ ਲੱਗ ਗਿਆ ਹੋਊਗਾ, ਥੋੜ੍ਹਾ ਜਿਹਾ ਅੰਦਾਜ਼ਾ ਹੋਣ ਲੱਗ ਗਿਆ ਹੋਊ ਵੀ ਆਪਾਂ ਉਹਨਾਂ ਨੂੰ ਕਿਵੇਂ ਸੈਂਟੈਂਸਿਸ ਨੂੰ ਤੋੜ ਰਹੇ ਹਾਂ ਜਾਂ ਕਿਵੇਂ ਉਹਨਾਂ ਨੂੰ ਆਪਾਂ ਬਣਾ ਰਹੇ ਹਾਂ। ਸੋ ਇਹੀ ਚੀਜ਼ ਹੈ, ਜੇ ਆਪਾਂ ਥੋੜ੍ਹੇ ਜਿਹੇ ਬੇਸਿਕਸ ਨੂੰ ਕੰਟਰੋਲ ਕਰ ਲਈਏ ਤਾਂ ਸੈਂਟੈਂਸਿਸ ਬਣਾਉਣੇ ਬਹੁਤੇ ਮੁਸ਼ਕਿਲ ਨਹੀਂ ਹੈਗੇ। ਨਾਓ ਹੈਡ ਕੀ ਸੀ? ਹੈਜ਼ ਹੈਵ ਪ੍ਰੈਜ਼ੈਂਟ ਲਈ ਸੀ ਅਤੇ ਹੈਡ ਕਿਹਦੇ ਲਈ ਸੀ? ਪਾਸਟ ਲਈ। ਤਾਂ ਹੀ ਇਹ ਕੋਲ ਸੀ ਜਾਂ ਦੇ ਸਨ। ਸੋ ਹੀ ਹੈਡ ਅ ਵੈਲ ਪੇਡ ਜੋਬ। ਉਸ ਕੋਲ ਵੈਲ ਪੇਡ ਨੌਕਰੀ ਸੀ। ਉਸ ਕੋਲ ਇੱਕ ਚੰਗੀ ਤਨਖਾਹ ਵਾਲੀ ਨੌਕਰੀ ਸੀ। ਵੈਲ ਪੇਡ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਚੰਗੀ ਤਨਖਾਹ ਵਾਲੀ, ਜਿਹਦੇ ਵਿੱਚ ਉਹਨੂੰ ਚੰਗੀ ਇਨਕਮ ਸੀ। ਸੋ ਇਹਦੇ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਚੰਗੀ ਨੌਕਰੀ ਸੀ। ਸੋ ਚੰਗੀ ਨੌਕਰੀ ਸੀ ਦਾ ਮਤਲਬ ਹੁਣ ਨਹੀਂ ਹੈਗੀ, ਪਾਸਟ ਵੱਲ ਜਾ ਰਹੀ ਹੈ ਇਹ ਗੱਲ।
ਓਕੇ ਦੈਨ ਮੂਵਿੰਗ ਔਨ ਟੂ ਡੂ। ਸੋ ਇਹਦਾ ਮਤਲਬ ਹੁੰਦਾ ਹੈ ਜਾਂ ਕਰਦਾ ਹੈ। ਆਈ ਡੂ ਨਾਟ ਹੈਵ ਅ ਹਾਊਸ, ਇੱਥੇ ਹੈਵ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਹੈਵ ਦਾ ਮਤਲਬ ਕੀ ਹੁੰਦਾ ਗਾ, ਕੋਲ ਹੈ, ਤੇ ਪਰ ਇਹਨਾਂ ਨੇ ਇੱਥੇ ਨੋਟ ਲਾਇਆ ਹੋਇਆ ਗਾ, ਡੂ ਨਾਟ, ਹੈ ਨਾ। ਸੋ ਨਹੀਂ ਹੈ, ਕੋਲ ਨਹੀਂ ਹੈ ਹੋ ਜਾਊਗਾ ਇਹ। ਹੁਣ ਕੀ ਨਹੀਂ ਹੈ ਕੋਲ, ਹਾਊਸ। ਆਈ ਡੂ ਨਾਟ ਹੈਵ ਅ ਹਾਊਸ, ਮੇਰੇ ਕੋਲ ਘਰ ਨਹੀਂ ਹੈ। ਇਸੇ ਸੈਂਟੈਂਸ ਦੇ ਵਿੱਚ ਐਜ਼ ਇਟ ਇਜ਼ ਸੈਂਟੈਂਸ ਦੇ ਵਿੱਚ ਜੇ ਮੈਂ ਇਹਨੂੰ ਇਸ ਤਰ੍ਹਾਂ ਕਹਿ ਦੇਵਾਂ ਆਈ ਡਿਡ ਨਾਟ ਹੈਵ ਅ ਹਾਊਸ। ਸੋ ਹੁਣ ਆਪਾਂ ਨੀਚੇ, ਤੁਸੀਂ ਇਹਦੇ ਬਿਲਕੁਲ ਨੀਚੇ ਦੇਖੋਗੇ ਡਿਡ ਨੂੰ ਸੀ ਲਿਖਿਆ ਹੋਇਆ, ਤਾਂ ਉਹਨੂੰ ਮੈਂ ਕੀ ਪੜੂੰਗਾ ਫਿਰ, ਆਈ ਡਿਡ ਨਾਟ ਹੈਵ ਅ ਹਾਊਸ, ਮੇਰੇ ਕੋਲ ਘਰ ਨਹੀਂ ਸੀ। ਆਈ ਹੋਪ ਇਹ ਵੀ ਤੁਹਾਨੂੰ ਸਮਝ ਆ ਰਿਹਾ ਹੋਊਗਾ ਵੀ ਡੂ ਆਪਾਂ ਪ੍ਰੈਜ਼ੈਂਟਲੀ ਯੂਜ਼ ਕੀਤਾ ਤੇ ਡਿਡ ਪਾਸਟ ਲਈ। ਹੁਣ ਆਪਾਂ ਇੱਕ ਹੋਰ ਚੀਜ਼ ਲਿਖੀ ਹੋਈ ਆ, ਡੂ ਨੂੰ ਤੇ ਡਜ਼ ਨੂੰ ਆਪਾਂ ਦੋਹਾਂ ਨੂੰ ਇੱਕੋ ਜਿਹਾ ਹੀ ਬੋਲਦੇ ਆ, ਹੈ ਤੇ ਕਰਦਾ ਹੈ, ਬਟ ਇਹਨਾਂ ਦੋਹਾਂ ਦੇ ਵਿੱਚ ਫਰਕ ਕੀ ਆ। ਡੂ ਆਪਾਂ ਕਿੱਥੇ ਲਾਉਂਦੇ ਆ, ਜਿੱਥੇ ਪਲੂਰਲ ਸਬਜੈਕਟ ਹੋਵੇ। ਸੋ ਜਿੱਥੇ ਇੱਕ ਤੋਂ ਜ਼ਿਆਦਾ ਬਹੁਵਚਨ ਵਾਲਾ ਸਬਜੈਕਟ ਹੋਵੇ। ਸੋ ਜਿਵੇਂ ਦੇ, ਵੀ, ਆਏ, ਯੂ, ਜਿਹੜੇ ਇਹ ਸਾਰੇ ਵਰਡ ਨੇ ਕਾਹਦੇ 'ਚ ਆਉਂਦੇ ਨੇ, ਪਲੂਰਲ ਸਬਜੈਕਟਸ ਦੇ ਵਿੱਚ। ਅਤੇ ਜਿੱਥੇ ਸਿੰਗੂਲਰ ਸਬਜੈਕਟ ਹੋਵੇ ਜਿਵੇਂ ਹੀ, ਸ਼ੀ, ਇਟ, ਉੱਥੇ ਆਪਾਂ ਕੀ ਲਾਉਂਦੇ ਆ, ਡਜ਼। ਸੋ ਤਾਂ ਹੀ ਤੁਸੀਂ ਦੇਖੋਗੇ ਸੈਂਟੈਂਸ ਦੇ ਵਿੱਚ ਹੀ ਡਜ਼ ਨਾਟ ਹੈਵ ਅ ਸਮਾਰਟਫੋਨ, ਸੋ ਉਸ ਕੋਲ ਸਮਾਰਟਫੋਨ ਨਹੀਂ ਹੈ। ਲਾਸਟ, ਹੀ ਡਿਡ ਨਾਟ ਹੈਵ ਮੈਨੀ ਆਪਸ਼ਨਸ, ਉਸ ਕੋਲ ਬਹੁਤ ਸਾਰੇ ਰਾਹ ਨਹੀਂ ਸੀ, ਉਸ ਕੋਲ ਕੋਈ ਬਹੁਤੇ ਰਾਹ ਨਹੀਂ ਸੀ। ਸੋ ਇਹਦੇ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਹੀ ਡਿਡ ਨਾਟ ਹੈਵ ਮੈਨੀ ਆਪਸ਼ਨਸ। ਓਕੇ, ਹੁਣ ਇੱਕ ਰਿਮਾਈਂਡਰ ਲਾਸਟ 'ਤੇ, ਇਹਨਾਂ ਸੈਂਟੈਂਸਿਸ ਨੂੰ ਯਾਦ ਕਰਕੇ ਨਾ ਰੱਖਿਓ, ਇਹਨਾਂ ਨੂੰ ਸਿਰਫ ਸਮਝਣ ਦੇ ਲਈ ਯੂਜ਼ ਕਰੋ। ਆਪਦੀ ਕਾਪੀ ਦੇ ਉੱਤੇ ਨੋਟ ਵੀ ਕਰ ਸਕਦੇ ਹੋ, ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ। ਨੋਟਸ ਬਣਾਉਣੇ ਬਹੁਤ ਜ਼ਰੂਰੀ ਨੇ ਸਟੂਡੈਂਟ ਲਾਈਫ ਦੇ ਵਿੱਚ। ਜੇ ਤੁਸੀਂ ਨੋਟਸ ਬਣਾਉਣੇ ਸਿੱਖ ਗਏ ਤਾਂ ਤੁਹਾਡਾ ਅੱਧਾ ਕੰਮ ਹੋ ਗਿਆ। ਪਰ ਜੇ ਤੁਹਾਨੂੰ ਨੋਟਸ ਨਾ ਬਣਾਉਣੇ ਆਏ ਤਾਂ ਫਿਰ ਆਪਾਂ ਪਿੱਛੇ ਰਹਿ ਜਾਂਦੇ ਹਾਂ, ਕਿਉਂਕਿ ਪੜ੍ਹਦੇ ਆਪਾਂ ਬਹੁਤ ਕੁਛ ਹਾਂ, ਪਰ ਆਪਾਂ ਜ਼ਿਆਦਾਤਰ ਰਿਵਾਈਜ਼ ਆਪਾਂ ਜਦੋਂ ਕਰਨਾ ਹੁੰਦਾ ਉਦੋਂ ਆਪਾਂ ਨੂੰ ਨੋਟਸ ਬਹੁਤ ਕੰਮ ਆਉਂਦੇ ਆ। ਜੇ ਆਪਾਂ ਸਾਰੀਆਂ ਬੁੱਕਸ ਦੇ ਵਿੱਚੋਂ ਸਾਰੇ ਪੇਜ ਪੜ੍ਹਨ ਲੱਗ ਜਾਂਗੇ ਤਾਂ ਵੀ ਮਾਈਟ ਬੀ ਵੇਸਟਿੰਗ ਅ ਲੋਟ ਆਫ ਆਰ ਟਾਈਮ। ਵੀ ਸ਼ੁਡਨਟ ਬੀ ਡੂਇੰਗ ਦੈਟ। ਇੰਸਟੈਡ ਆਫ ਦੈਟ ਆਪਣੇ ਕੋਲ ਇੱਕ ਕੰਡੈਂਸਡ ਜੀ ਫਾਰਮ ਦੇ ਵਿੱਚ ਨੋਟਸ ਹੋਣੇ ਚਾਹੀਦੇ ਆ। ਕੰਡੈਂਸਡ ਫਾਰਮ ਦਾ ਮਤਲਬ ਇੱਥੇ ਇਹ ਆ ਵੀ ਜਿਹੜਾ ਮੈਂ 30-40 ਦਿਨਾਂ ਦੇ ਵਿੱਚ ਪੜ੍ਹਿਆ ਹੋਇਆ ਉਹ ਮੇਰੇ ਕੋਲ 10 ਜਾਂ 12 ਪੇਜਾਂ ਦੇ ਵਿੱਚ ਮੋਟਾ ਮੋਟਾ ਲਿਖਿਆ ਹੋਣਾ ਚਾਹੀਦਾ, ਤਾਂ ਕਿ ਜਦੋਂ ਵੀ ਮੈਨੂੰ ਲੋੜ ਪਵੇ ਮੈਂ ਉਹਨੂੰ ਰੈਫਰ ਕਰ ਸਕਾਂ। ਅਗੇਨ ਨੀਚੇ ਵਾਲੀ ਗੱਲ ਵੀ ਇਹੀ ਆ, ਕਿਸੇ ਦੇ ਦੱਸੇ ਹੋਏ ਸੈਂਟੈਂਸ ਫਿਰ ਭੁੱਲ ਜਾਓਗੇ। ਜਿਵੇਂ ਹੁਣ ਤੱਕ ਆਪਣੇ ਨਾਲ ਹੁੰਦਾ ਹੀ ਆਇਆ ਗਾ, ਆਪਾਂ ਜਦੋਂ ਦੇ ਸਕੂਲ ਜਾਣ ਲੱਗੇ ਆਪਾਂ ਨੂੰ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਰਵਾ ਰਹੇ ਨੇ। ਚਲੋ ਕਿਸੇ ਨੇ ਇੰਗਲਿਸ਼ ਲੇਟ ਸਟਾਰਟ ਕੀਤੀ ਹੋਊ, ਕਿਸੇ ਨੇ ਪਹਿਲਾਂ ਸਟਾਰਟ ਕਰਤੀ ਹੋਊ, ਬਟ ਜੇ ਕੋਈ ਐਂ ਕਹੂਗਾ ਵੀ ਮੈਂ ਪੂਰੀ ਤਰ੍ਹਾਂ ਸਕਿਲਡ ਹਾਂ ਇੰਗਲਿਸ਼ ਦੇ ਵਿੱਚ, ਤਾਂ ਉਹ ਇੱਕ ਝੂਠ ਹੋਊਗਾ। ਵੀ ਕਿਤੇ ਨਾ ਕਿਤੇ ਆਪਾਂ ਗਲਤੀ ਕਰਦੇ ਹਾਂ। ਸੋ ਗਲਤੀ ਕਿਉਂ ਕਰ ਰਹੇ ਹਾਂ, ਕਿਉਂਕਿ ਸ਼ਾਇਦ ਆਪਾਂ ਜਿਹੜੀਆਂ ਚੀਜ਼ਾਂ ਪੜ੍ਹ ਲੈਂਦੇ ਹਾਂ ਉਹਨਾਂ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਢਾਲਦੇ ਨਹੀਂ ਹੈਗੇ। ਆਪਾਂ ਜਿਵੇਂ ਜਿਵੇਂ ਪੜ੍ਹੀ ਜਾਂਦੇ ਹਾਂ ਬਸ ਉਵੇਂ ਉਵੇਂ ਹੀ ਕਰੀ ਜਾਂਦੇ ਹਾਂ, ਐਂਡ ਦੈਨ ਥੋੜ੍ਹੇ ਚਿਰ ਬਾਅਦ ਆਪਾਂ ਫੇਰ ਭੁੱਲ ਜਾਂਦੇ ਹਾਂ, ਕਿਉਂਕਿ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਹੈਗੀਆਂ। ਬਟ ਜੇ ਉਹਨਾਂ ਨੂੰ ਆਪਾਂ ਆਪਦੀ ਜ਼ਿੰਦਗੀ ਦਾ ਹਿੱਸਾ ਬਣਾਈਏ, ਇਹੋ ਜਿਹੀਆਂ ਐਗਜ਼ਾਮਪਲਸ ਕ੍ਰੀਏਟ ਕਰੀਏ ਜਿਹੜੀਆਂ ਆਪਣੇ ਆਲੇ ਦੁਆਲੇ ਆਪਾਂ ਰੋਜ਼ ਦੇਖਦੇ ਹਾਂ, ਰੋਜ਼ ਆਪਾਂ ਵਿਚਰਦੇ ਹਾਂ ਉਹਨਾਂ ਚੀਜ਼ਾਂ 'ਚ, ਤਾਂ ਤੁਹਾਨੂੰ ਬਾਰ-ਬਾਰ ਉਹ ਸੈਂਟੈਂਸ ਯਾਦ ਆਉਣਗੇ, ਬਾਰ-ਬਾਰ ਉਹ ਸਿਚੁਏਸ਼ਨਸ ਯਾਦ ਆਉਣਗੀਆਂ। ਹੁਣ ਜਿਹੜਾ ਰਿਸ਼ਤੇਦਾਰ ਆਪਣੇ ਘਰੇ ਬਾਰ-ਬਾਰ ਆਉਂਦਾ ਰਹੇ ਆਪਣੇ ਯਾਦ ਰਹੂਗਾ, ਜੇ ਕੋਈ ਕਾਫੀ ਚਿਰ ਬਾਅਦ ਆਊਗਾ ਭੁੱਲ ਜਾਂਦੇ ਆ। ਓਕੇ, ਸੋ ਹੋਪਫੁਲੀ ਇਹ ਜਾਣਕਾਰੀ ਤੁਹਾਡੇ ਕੰਮ ਦੀ ਹੋਊਗੀ। ਜੇ ਕੰਮ ਦੀ ਹੋਈ ਤਾਂ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰ ਦਿਓ। ਹੁਣ ਨੈਕਸਟ ਵੀਡੀਓ ਟੈਂਸ ਵਾਲੇ ਸੈਂਟੈਂਸਿਸ 'ਤੇ ਹੋਊਗੀ, ਕਿਵੇਂ ਟੈਂਸਿਸ ਨੂੰ ਆਪਾਂ ਸਮਝਦੇ ਆਂਗੇ ਤੋੜ ਕੇ, ਐਂਡ ਦੈਨ ਕਿਵੇਂ ਉਹਨਾਂ ਨੂੰ ਸੈਂਟੈਂਸਿਸ 'ਚ ਯੂਜ਼ ਕਰਦੇ ਹਾਂ। ਅਤੇ ਉਦੋਂ ਤੱਕ ਥੈਂਕਸ ਫॉर ਵਾਚਿੰਗ, ਗੁੱਡ ਲੱਕ ਵਿਦ ਯੋਰ ਜਰਨੀ। I hope this video was helpful. If it was, please subscribe and then share this channel with others who need help. I'll see you in the next video.